ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ ਰਹਿੰਦੇ ਹੈ ਉਹਨਾਂ ਦਾ ਇੱਕ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਸੌਂਦੇ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਮੁੰਡਾ ਉਹਨਾਂ ਦੀ ਨੂੰਹ ਸੌਂਦੀ ਹੈ, ਜੇ ਧੀ ਤੇ ਜਵਾਈ ਆ ਜਾਏ ਉਹ ਵੀ ਉਸੇ ਕਮਰੇ 'ਚ ਸੌਂਦਾ ਹੈ। ਜਦੋਂ ਸਰਦੀ ਦੀ ਠੰਡ ਪੈ ਜੇ ਸੀਤਲ, ਫਿਰ ਉਹਨਾਂ ਦਾ ਡੰਗਰ ਬੱਚਾ ਵੀ ਉਸੇ ਕਮਰੇ ਦੇ ਵਿੱਚ ਪੈਂਦਾ। ਜਿਹੜੀ ਪ੍ਰੈਸ ਹੈ ਇਹ ਬ੍ਰਾਹਮਣਵਾਦ ਦੇ ਹੱਥ ਦੇ ਵਿੱਚ ਹੈ ਅਤੇ ਬਰਗਾੜੀ ਦਾ ਮੋਰਚਾ ਅੱਜ 362 ਦਿਨਾਂ 'ਤੇ ਚੱਲ ਰਿਹਾ ਹੈ। ਇਹ ਬਹੁਤ ਜ਼ਿਆਦਾ ਤਿੱਖਾ ਹੋ ਜਾਣਾ ਹੈ। ਸਿੱਖ ਕੈਨ ਵੇਅਰ ਹਿਜ਼ ਕਿਰਪਾਨ ਐਂਡ ਕੈਰੀ ਹਿਜ਼ ਕਿਰਪਾਨ। ਨਾਓ ਯੂ ਲੈਟ ਮੀ ਨੋ ਵਾਈ ਦ ਮੈਜੋਰਿਟੀ forces of Hinduism don't carry out their constitutional duties and allow me to carry my kirpan inside the house. It's not my fault. It's the fault of the majority representatives in parliament that abuse their own constitution and disallow a Sikh to carry out his constitutional right. It's not my fault. ਬਠਿੰਡੇ ਦਾ ਪ੍ਰੈਸ ਦਾ ਮੀਡੀਆ ਬਹੁਤ ਪਾਵਰਫੁਲ ਹੈ, ਸਾਰੀ ਦੁਨੀਆ ਦੇ ਵਿੱਚ ਜਾਂਦਾ ਹੈ। ਸੋ ਮੈਨੂੰ ਬਹੁਤ ਫਖਰ ਹੈ ਕਿ ਮੈਂ ਤੁਹਾਡੇ ਕੋਲੇ ਆਇਆ ਅੱਜ ਅਤੇ ਤੁਸੀਂ ਸਾਰੇ ਇੱਥੇ ਆਏ ਹੋ। ਥੈਂਕ ਯੂ। ਅੱਜ ਸਭ ਤੋਂ ਵੱਡੇ ਮੁੱਦੇ ਇਹ ਹੈ ਜੀ ਕਿ 1947 ਤੋਂ ਬਾਅਦ ਪੰਜਾਬ ਦੇ ਵੋਟਰ ਆਪਣੇ ਪੱਖ ਦੇ MLA ਨਹੀਂ ਚੁਣ ਸਕੇ, ਜਿਨ੍ਹਾਂ ਨੇ ਵਜ਼ਾਰਤਾਂ ਪੰਜਾਬ ਦੀਆਂ ਬਣਾਈਆਂ। ਪੰਜਾਬ ਦੇ ਵੋਟਰ ਉਹ MLA ਚੁਣਦੇ ਹੈ ਜਿਨ੍ਹਾਂ ਦੀ ਵਫਾਦਾਰੀ ਕਾਂਗਰਸ ਨਾਲ ਹੁੰਦੀ ਹੈ, BJP RSS ਨਾਲ ਹੁੰਦੀ ਹੈ, ਆਮ ਪਾਰਟੀ ਨਾਲ ਹੁੰਦੀ ਹੈ ਜਾਂ ਬਾਦਲ ਦਲ ਦੇ ਨਾਲ ਹੁੰਦੀ ਹੈ। ਇਹ ਸਾਰੀਆਂ ਪਾਰਟੀਆਂ ਦਿੱਲੀ ਦੇ ਨਾਲ ਚੱਲਦੀਆਂ, ਦਿੱਲੀ ਦੇ ਹੁਕਮ ਦੇ ਉੱਤੇ ਚੱਲਦੀਆਂ। ਇਸ ਕਰਕੇ ਪੰਜਾਬ ਦਾ ਕਦੇ ਵੀ ਸਵਾਰਿਆ ਨਹੀਂ ਗਿਆ। ਪੰਜਾਬ ਦੀ ਮਿਨਿਸਟਰੀ ਕਦੇ ਅੱਜ ਤੱਕ ਨਹੀਂ ਬਣੀ ਹੈਗੀ। ਅੱਜ ਵੀ ਆਮ ਪਾਰਟੀ ਹੈਗੀ ਹੈ, ਇਹ ਵੀ ਦਿੱਲੀ ਤੋਂ ਚੱਲਦੀ ਹੈ। ਸਾਡੇ ਚੀਫ ਮਿਨਿਸਟਰ ਸਾਹਿਬ ਦੀ ਰਾਏ ਨਾ ਤਾਂ ਵਜ਼ੀਰਾਂ ਦੀ ਲਈ ਗਈ ਹੈ, ਨਾ ਉਹਨਾਂ ਦੇ ਪੋਰਟਫੋਲੀਓਜ਼ ਦੀ ਲਈ ਗਈ ਹੈ, ਨਾ ਰਾਜ ਸਭਾ ਦੇ ਮੈਂਬਰਸ ਦੀ ਲਈ ਗਈ ਹੈ। ਚੱਡਾ ਸਾਹਿਬ ਹੈਗੇ ਹੈ ਐਕਸਟਰਾ ਕੌਂਸਟੀਟਿਊਸ਼ਨਲ ਅਥਾਰਟੀ, ਜਿਹੜਾ ਸਾਰਾ ਕੁਛ ਚੰਡੀਗੜ੍ਹ ਅਤੇ ਪੰਜਾਬ ਤੋਂ ਚਲਾ ਰਹੇ ਹੈਗੇ ਆ। ਔਰ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਸੈਂਟਰ ਨੇ ਬਿਜ਼ੀ ਰੱਖਿਆ ਕਿ ਤੁਹਾਡਾ ਵਿਆਹ ਹੋਣਾ, ਵਿਆਹ ਤੋਂ ਪਹਿਲਾਂ ਜਾਣਕਾਰੀ ਵੀ ਇੱਕ ਦੂਜੇ ਦੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਭਗਵੰਤ ਜੀ ਲੱਗੇ ਰਹੇ ਗਏ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਦਿਲਚਸਪੀ ਨਹੀਂ ਲਈ ਜਾਂਦੇ। ਇੱਕ ਵਿਆਹ ਤੋਂ ਪਹਿਲਾਂ ਕਿਹਾ ਜਾਂਦਾ ਹੁੰਦਾ ਕੋਰਟਸ਼ਿਪ ਪੀਰੀਅਡ। ਉਹ ਕੋਰਟਸ਼ਿਪ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਬੀਬੀ ਅਤੇ ਬੰਦੇ ਨੇ ਸ਼ਾਦੀ ਕਰਾਉਣੀ ਹੈ ਉਹ ਇੱਕ ਦੂਜੇ ਦੀ ਜਾਣਕਾਰੀ ਕਰ ਲੈਣ ਚੰਗੀ ਤਰ੍ਹਾਂ। ਅਤੇ ਹੁਣ 3 ਮਹੀਨੇ ਤਾਂ ਉੱਧਰ ਲੱਗੇ ਪਏ ਹੈ ਅਤੇ ਪੰਜਾਬ ਨੂੰ ਟਾਈਮ ਕਿਹੜਾ ਦਊਗਾ? ਠੀਕ ਹੈ। ਸੋ ਇਹ ਵੀ ਇੱਕ ਕਮਜ਼ੋਰੀ ਹੈ ਪੰਜਾਬ ਦੀ ਕਿ ਪੰਜਾਬ ਦੇ ਕੰਮ ਨਹੀਂ ਹੋਏ ਕੋਈ ਵੀ। ਪਾਣੀਆਂ ਦਾ ਮਸਲਾ ਹੈ। ਹੁਣ ਪੰਜਾਬ ਦੀ ਸਰਕਾਰ 800 ਕਰੋੜ ਰੁਪਈਆ ਖਰਚ ਰਹੀ ਹੈ ਕਿ ਜਿਹੜੀ ਰਾਜਸਥਾਨ ਦੀ ਕਨੈਲ ਹੈ, ਜਿਹਦੇ ਵਿੱਚੋਂ 3 ਦਰਿਆਵਾਂ ਦੇ ਪਾਣੀ ਜਾਂਦੇ ਹੈ, ਸਤਲੁਜ, ਬਿਆਸ ਅਤੇ ਰਾਵੀ ਦੇ, ਭਰੀਆਂ ਜਾਂਦੀਆਂ। ਇੱਕ ਬੂੰਦ ਪੰਜਾਬ ਦੀ ਨਹੀਂ ਹੈ। ਇਹਨਾਂ 3 ਜਿਹੜੇ ਦਰਿਆਵਾਂ ਦੇ ਪਾਣੀ ਸਾਡੇ ਹੈ। ਰਿਪੇਰੀਅਨ ਲਾਅ ਅਤੇ ਇੰਡੀਅਨ ਕੌਂਸਟੀਟਿਊਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਸੇ ਸੂਬੇ ਦਾ ਉਸ ਪਾਣੀ ਦੇ ਉੱਤੇ ਹੱਕ ਹੁੰਦਾ। ਅਤੇ ਸਾਡੇ ਜਿੰਨੀਆਂ ਵੀ ਵਜ਼ਾਰਤਾਂ ਹੋਈਆਂ ਇਹ ਸੈਂਟਰ ਨੂੰ ਪਾਣੀ ਦੇ ਕੇ ਉਹਦੇ
बारे कदे इन्हां ने मुआवजा नहीं मंगिया। जिमें राजस्थान तो साडे संत महात्मा पत्थर लियाउंदे है, उन्हां दे उत्ते टैक्स लगदा है, तां पत्थर इत्थे पंजाब दे विच पहुंचदा है। फिर सानू मामला क्यों नहीं मिलता पानी का? हक पंजाब दा हैगा। ते जिहड़ी हुण आम आदमी पार्टी है, इसने इलैक्शन लड़ने हैं, हरियाणे दे भी लड़ने हैं, दिल्ली दे भी लड़ने हैं, ते जिथे राजस्थान दे भी लड़ने हैं। ये किवें कह सकती है कि पंजाब दे पानी असी राजस्थान जां हरियाणे नूं नहीं जाण देने? कह ही नहीं सकती। जिहड़ी पार्टी ने उन्हां सूबिਆਂ ਦੇ ਵਿੱਚ इलैक्शन लड़ने हैं, वो किवें कह दूगी कि असी पानी नहीं देवांगे जां तुहानूं मामला लवांगे जां कुछ लवांगे? कह नहीं सकते हैगे। सो साडे नाल यह बहुत बेइंसाफी हो रही है। हुण दूसरी गल है कि यह मत्तेवाड़ा पार्क हैगा लुधियाने जिथे इंडस्ट्री लगाउणी है, ਉਹਦੇ ਨਾਲ सारा जिवें बुढ़ा नाला गंदगी दे नाल भर के फिर दरिया दे विच पै जांदा अगे जाके, ये इंडस्ट्री ने सारा सतलुज गंद ते गंदगी दे नाल भर देना हैगा, जिहदे नाल जिहड़ी साडी जंगल है वो भी खत्म हो जूगा, लोकां दी जिंदगी तबाह हो जूगी। 10 तरीक नूं मीटिंग हो रही है लुधियाने ये बारे, जिहदे विच मैं शामिल होऊंगा और उत्थे भी दसूँगा कि इत्थे इंडस्ट्री नहीं लगनी चाहिए। हुण जदों इंडस्ट्री लगदी है, कोई शर्त नहीं रखी जाती कि जिहड़ा पंजाब दा लेबर है वो ज़्यादा महंगा हुंदा है, वो ज़्यादा पैसे लैंदा है। जां तां कोई शर्त रखी जाए कि जिहड़ा पंजाब दा लेबर होऊगा उस नूं पैसे ਉਹਦੇ ਰਹਿਣ ਸੁਭਾਅ ਹੈਗਾ, ਜਿਵੇਂ ਉਹ ਖਰਚਦਾ ਕਰਦਾ, ਜਿਵੇਂ ਰਹਿੰਦਾ ਸਹਿੰਦਾ ਹੈ, ਉਹਦੇ ਮੁਤਾਬਕ ਮਿਲੂਗਾ। ਨਹੀਂ ਤਾਂ ਇਹ ਸਾਰੇ ਬਿਹਾਰ ਦੇ, ਇੱਧਰ ਦੇ, यूपी ਦੇ ਬੰਦੇ ਆ ਕੇ ਭਰਤੀ ਹੋ ਜਾਂਦੇ ਹੈ और पंजाब दी सारी वातावरण खराब करते हैं। और ये जिहड़ा पंजाब दा लेबर है उस नूं लुट के ले जाते हैं। सानू पंजाब दे लेबर नूं नौकरी नहीं मिलती है। पंजाब दे लेबर दी जिहड़ी मेहनत है, इहदे लई जिवें सरकारां नूं मुलाजमां नूं पैसे मिलते हैं, उस रेट दे नाल मिलन तां इंडस्ट्री लगे। पर इंडस्ट्री लगण दा फायदा तां है, नाले उहदे ते साडी बिजली खर्च हुंदी है, असी रातां नूं इह पक्खे तो बगैर सौंदे हैं, सानू खेतां दे लई ट्यूबवैल नहीं चलते, सारी इंडस्ट्री ते बिजली खा जाती है। पंजाब नूं फायदा नहीं है जिन्ना चिर साडे लेबर की तनख्वाह दूसरे लेबर के नालों ज़्यादा नहीं हुंदी है। हुण तुहानूं पता है कि जदों बादल साहब की पहला वजारत बनी सीगी, इन्हां ने कौडी दे मैच इंटरनेशनल पद्धर ते शुरू बुलाए सीगे। उत्थे कौडी खेडण दी इंटरनेशनल की गल कोई नहीं सीगी, उत्थे सीगी कि जिन्ने भी दुनिया के तकड़े तकड़े समगलर्स हैं वो कबड्डी इंटरनेशनल फैसले करन दे लई इत्थे आउण। इस तो बाद जदों वो इत्थे आ गए, बादल साहब ते इन्हां दी वजारत ने कैनेडा, अमेरिका, यूरोप, जापान, आस्ट्रेलिया, न्यूजीलैंड दे विच ड्रग्स का जाल फसाता, जिहदे नाल गैंगस्टर भी बन गए। हुण जिहड़ा मिंडू खेड़े कतल होया है, ਉਹਦੇ ਵਿੱਚ ਤਫਤੀਸ਼ ਤਾਂ ਹੋਣੀ ਚਾਹੀਦੀ ਹੈ ਸਰਦਾਰ ਸੁਖਬੀਰ ਸਿੰਘ ਦੀ ਕਿ ਉਹਦਾ ਤਲਕ ਮੂਸੇਵਾਲ ਸਾਹਿਬ ਦੇ ਕਤਲ ਦੇ ਵਿੱਚ ਕਿਉਂ ਕੀ ਹੈ, ਕਿਉਂ ਕਰਕੇ ਮਿੰਟੂ ਖੇੜਾ ਬਾਦਲ ਸਾਹਿਬ ਦਾ ਖਾਸ ਸੈਕਟਰੀ ਸੀਗਾ
ਤੇ ਖਾਸ ਇਹਨਾਂ ਦਾ ਇੰਟਰਸਟ ਸੀਗਾ ਕਿ ਮੂਸੇਵਾਲ ਦਾ ਜਿਹੜਾ ਬੰਦਾ ਸੀ ਉਹਦੇ ਕਤਲ ਤੋਂ ਬਾਅਦ ਉੱਥੇ ਠਹਿਰਿਆ। ਇਹੀ ਮੂਸੇਵਾਲ ਸਾਹਿਬ ਦਾ ਗੁਨਾਹ ਸੀ ਤੇ ਮੂਸੇਵਾਲ ਸਾਹਿਬ ਨੂੰ ਪਤਾ ਸੀ ਨਹੀਂ ਪਤਾ ਸੀ ਇਹ ਸਾਨੂੰ ਨਹੀਂ ਪਤਾ ਕਿ ਉਸ ਨੇ ਮਿੱਟੂ ਖੇੜੇ 'ਚ ਕੁਛ ਕੀਤਾ ਹੈ ਕਿ ਨਹੀਂ ਕੀਤਾ। ਪਰ ਦੂਸਰੇ ਪਾਸੇ ਹੁਣ ਮੂਸੇਵਾਲ ਸਾਹਿਬ ਦੀ ਤਫਤੀਸ਼ ਸਿਰੇ ਕਿਉਂ ਨਹੀਂ ਚੜ੍ਹ ਰਹੀ? ਕਿਉਂ ਕਰਕੇ ਦਿੱਲੀ ਪੁਲਿਸ ਨੇ ਤੇ ਸੈਂਟਰ ਦੀ ਆਈਬੀ ਨੇ ਪੰਜਾਬ ਨੂੰ ਪਹਿਲਾਂ ਦੱਸਤਾ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈ। ਜਦੋਂ ਆਈਬੀ ਤੇ ਦਿੱਲੀ ਨੇ ਪਹਿਲਾਂ ਦੱਸਤਾ ਕਿ ਕਤਲ ਹੋਣ ਵਾਲਾ ਹੈ, ਉਦਣ ਹੀ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਨੂੰ ਚੀਫ ਮਿਨਿਸਟਰ ਸਾਹਿਬ ਤੇ ਡੀਜੀਪੀ ਨੇ ਵਾਪਸ ਬੁਲਾ ਲਿਆ, ਜਿਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਮੂਸੇਵਾਲ ਸਾਹਿਬ ਨੂੰ ਕਤਲ ਕਰਨਾ ਸੀ ਉਹਨਾਂ ਦਾ ਹੱਥ ਫ੍ਰੀ ਹੋ ਗਿਆ ਕਿ ਹੁਣ ਮੌਕਾ ਹੈ ਇਸ ਨੂੰ ਉਡਾ ਦਿਓ। ਸੋ ਇਹ ਜਿਹੜੀ ਤਫਤੀਸ਼ ਹੈ ਇਹਦੇ 'ਚ ਸਿਆਸੀ ਰੰਗਤ ਜਿੰਨਾ ਚਿਰ ਨਹੀਂ ਆਉਂਦੀ ਉਨਾ ਚਿਰ ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ। ਪੰਜਾਬ ਪੁਲਿਸ ਦੇ ਹੱਥ ਪਿੱਛੇ ਵੱਜੇ ਹੋਏ ਹੈ ਕਿਉਂ ਕਰਕੇ ਆਮ ਪਾਰਟੀ ਦੀ ਸਰਕਾਰ ਹੈ। ਆਮ ਪਾਰਟੀ ਨੇ ਸਿਕਿਉਰਿਟੀ ਵਿਡਰੋ ਕੀਤੀ ਹੈ, ਉਸ ਦਿਨ ਅਗਲੇ ਦਿਨ ਉਹਨਾਂ ਦਾ ਕਤਲ ਹੋ ਜਾਂਦਾ ਹੈ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ ਕਿਉਂ ਕਰਕੇ ਇਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਹੱਥ ਹੈ ਤੇ ਬਾਦਲਾਂ ਨੇ ਫੇਰ ਬੀਜੇਪੀ ਦੇ ਨਾਲ ਸੁਲ੍ਹਾ ਕਰ ਲਈ ਹੈ। ਸੈਂਟਰ ਫੇਰ ਨਹੀਂ ਚੱਲਣ ਦਊਗਾ ਤਫਤੀਸ਼ ਨੂੰ ਤੇ ਇਹ ਬਹੁਤ ਕੰਪਲੈਕਸ ਕੇਸ ਹੈ। ਇਸੇ ਤਰ੍ਹਾਂ ਸਰਦਾਰ ਦੀਪ ਸਿੱਧੂ ਦਾ ਵੀ ਕੇਸ ਬਹੁਤ ਗੁੰਝਲਦਾਰ ਹੈ। ਉਹਨੂੰ ਮਾਰਿਆ ਗਿਆ ਕਿਉਂ ਕਰਕੇ ਇਹ ਦੋਨੋਂ ਮੂਸੇਵਾਲ ਤੇ ਸਿੱਧੂ ਨੌਜਵਾਨੀ ਦੇ ਵਿੱਚ ਹੁਣ ਆਪਣੀ ਸੋਚ ਨੂੰ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਆ ਗਏ ਸੀਗੇ ਤੇ ਹਕੂਮਤਾਂ ਨਹੀਂ ਸੀ ਚਾਹੁੰਦੀਆਂ ਕਿ ਮੇਰੇ ਬਾਅਦ ਕੋਈ ਵੀ ਨੌਜਵਾਨ ਲੀਡਰ ਇਹੋ ਜਿਹਾ ਉੱਭਰੇ ਜਿਹਦੇ ਵਿੱਚ ਭਿੰਡਰਾਂ ਵਾਲਿਆਂ ਦੀ ਸੋਚ ਪੈਦਾ ਹੋ ਜੇ। ਸੋ ਸਿੱਧੂ ਦਾ ਵੀ ਜਿਹੜਾ ਕਤਲ ਕੀਤਾ ਗਿਆ ਉਹ ਵੀ ਇੱਕ ਬਹੁਤ ਅਜੀਬ ਕਿਸਮ ਦਾ ਕਤਲ ਹੈ ਜਿਹੜੀ ਇੰਡੀਆ ਦੀ ਕੋਈ ਵੀ ਪੁਲਿਸ ਉਹਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ। ਸਾਡੇ ਕੋਲੇ ਰਵਾਇਤ ਹੈ ਕਿ ਜਦੋਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਹਰਾਰੇ ਦਾ ਕਤਲ ਹੋਇਆ ਸੀਗਾ ਉਸ ਵੇਲੇ ਲੈਬਨਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਦੇ ਉੱਤੇ ਇਤਬਾਰ ਨਹੀਂ ਸੀ। ਫਿਰ ਹਰਾਰੇ ਪ੍ਰਾਈਮ ਮਿਨਿਸਟਰ ਦੇ ਕਤਲ ਦੀ ਤਫਤੀਸ਼ UN ਨੇ ਕਰਾਈ ਸੀਗੀ। ਦੂਸਰੇ ਪਾਸੇ ਸਾਡੇ ਕੋਲੇ ਉਹ ਵੀ ਉਦਾਹਰਨ ਹੈਗਾ ਕਿ ਨਾਲ ਦੇ ਮੁਲਕ ਪਾਕਿਸਤਾਨ ਦਾ ਬੇਨਜ਼ੀਰ ਭੁੱਟੋ ਦਾ ਕਤਲ ਹੋ ਗਿਆ ਸੀਗਾ। ਜਿਹੜੇ ਲੋਕ ਸੀ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਸਾਡੀ ਸਰਕਾਰ ਇਸ ਕਤਲ ਨੂੰ ਸਹੀ ਤਰ੍ਹਾਂ ਕੱਢੂਗੀ। ਫਿਰ ਉਹਦੀ ਤਫਤੀਸ਼ UN ਤੋਂ ਕਰਵਾਈ ਗਈ ਸੀ। ਅਸੀਂ ਸਮਝਦੇ ਹਾਂ ਕਿ ਮੂਸੇਵਾਲ ਸਾਹਿਬ ਦਾ ਤੇ ਸਿੱਧੂ ਦਾ ਜਿਹੜੀ ਤਫਤੀਸ਼ ਹੈ ਇਹ ਇੰਟਰਨੈਸ਼ਨਲ ਪੱਧਰ 'ਤੇ ਹੋਏ ਤਾਂ ਸੱਚ ਦੇ ਨਾਲ ਸੱਚ ਨਿਕਲੂਗਾ, ਨਹੀਂ ਤਾਂ ਜਿਵੇਂ 1984 ਦੇ ਬਲੂ ਸਟਾਰ ਬਾਅਦ ਜਿਹੜੀ ਸਿੱਖ ਕੌਮ ਦੀ ਨਸਲਕੁਸ਼ੀ ਹੋਈ ਹੈ ਉਹਦਾ ਅਜੇ ਤੱਕ ਕੋਈ ਵੀ ਸਾਨੂੰ ਜਵਾਬ ਹਕੂਮਤ ਨੇ ਨਹੀਂ ਦਿੱਤਾ ਤੇ ਦੋਨਾਂ ਦੇ ਜਿਹੜੇ ਕਤਲ ਹੈ ਇਹ ਵੀ ਖਾਧੇ ਪੀਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਇੰਟਰਨੈਸ਼ਨਲ ਜਿੰਨਾ ਚਿਰ ਤਫਤੀਸ਼ ਨਹੀਂ ਹੁੰਦੀ ਉਨਾ ਚਿਰ ਇਹ ਲੋਕ ਫੜੇ ਨਹੀਂ ਜਾਣੇ ਹੈਗੇ ਕਿਉਂ ਕਰਕੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ, ਸਿੱਧੂ ਦੇ ਕਤਲ ਦੇ ਵਿੱਚ ਸੈਂਟਰ ਦਾ ਵੀ ਹੱਥ ਹੈ। ਤੁਹਾਨੂੰ ਪਤਾ ਹੋਊਗਾ, ਸ਼ਾਇਦ ਤੁਸੀਂ ਸਾਰੇ ਵੱਡੇ ਜਰਨਲਿਸਟ ਹੋ, ਇੱਕ ਬਹੁਤ ਵੱਡਾ ਜਰਨਲਿਸਟ ਸੀਗਾ ਜਿਹੜਾ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ ਸੀਗਾ, ਪੜ੍ਹ ਕੇ ਆਇਆ ਸੀਗਾ। ਉਹ ਇੱਕ ਬਤੌਰ ਜਰਨਲਿਸਟ ਬਣ ਕੇ ਦਿੱਲੀ ਲੱਗਿਆ ਹੋਇਆ ਸੀਗਾ ਬਾਹਰ ਦੇ ਪੇਪਰ ਦੀ। ਉਹਨੂੰ ਜਦੋਂ ਪਤਾ ਲੱਗਿਆ ਕਿ ਚਿਦੰਬਰਮ
ਮਿਨਿਸਟਰ ਆਫ ਸਟੇਟ ਫॉर ਸਿਕਿਉਰਿਟੀ ਹੈ ਰਾਜੀਵ ਗਾਂਧੀ ਦੇ ਥੱਲੇ, ਉਸ ਨੇ ਤਫਤੀਸ਼ ਕਰਕੇ ਸਾਬਤ ਕਰਤਾ ਕਿ ਜਿਹੜਾ ਕਬਜ਼ਾ ਰੂਸ ਦਾ ਅਫਗਾਨਿਸਤਾਨ 'ਤੇ ਹੋਇਆ, ਅਫਗਾਨਿਸਤਾਨ ਤੋਂ ਰੂਸ ਦਾ ਅਸਲਾ ਕਈ ਹਵਾਈ ਜਹਾਜ਼ਾਂ ਦੇ ਵਿੱਚ ਆਇਆ, ਜਿਹੜਾ ਇਸਤੇਮਾਲ ਕੀਤਾ ਗਿਆ, ਜਿਹੜੇ ਕਾਊਂਟਰ ਸਿੱਖਾਂ ਦੇ ਨਾਲ ਇਹ ਬਲੈਕ ਕੈਟਸ ਪੈਦਾ ਕੀਤੇ ਗਏ। ਸਰਕਾਰ ਨੇ ਜਿਹੜੇ ਸਾਡੇ ਸਿੱਖ ਮਿਲੀਟੈਂਟਸ ਦੇ ਖਿਲਾਫ ਬਲੈਕ ਕੈਟਸ ਕੀਤੇ ਗਏ ਸੀ, ਉਹਨਾਂ ਦੀ ਟ੍ਰੇਨਿੰਗ ਕੀਤੀ ਗਈ ਬਾਬਾ ਬਿਰਸਾ ਸਿੰਘ ਦੇ ਡੇਰੇ 'ਚ ਦਿੱਲੀ 'ਚ। ਉਹਨਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਕੱਪੜੇ ਪਹਿਨਣੇ ਹੈ, ਕਿਵੇਂ ਕਛਹਿਰਾ ਪਾਉਣਾ ਹੈ, ਕਿਵੇਂ ਪਾਠ ਕਰਨਾ ਹੈ, ਕਿਵੇਂ ਪ੍ਰਸ਼ਾਦਾ ਛਕਣਾ ਹੈ। ਸਾਰਾ ਸਿੱਖਾਂ ਦਾ ਪਹਿਨਣਾ, ਬਣਾਉਣਾ, ਖਾਣਾ ਪੀਣਾ ਉਹਨਾਂ ਨੂੰ ਸਿਖਾਇਆ ਗਿਆ। ਫਿਰ ਉਹਨਾਂ ਨੂੰ ਛੱਡਿਆ ਗਿਆ। ਫਿਰ ਉਹ ਘਰਾਂ ਦੇ ਵਿੱਚ ਜਾ ਕੇ ਰਹਿੰਦੇ ਸੀਗੇ, ਸਾਰੀ ਇਨਫੋਰਮੇਸ਼ਨ ਲੈਂਦੇ ਸੀਗੇ, ਅਤੇ ਸਾਡੇ ਲੋਕਾਂ ਨੂੰ ਸਾਡੇ ਫਰੀਡਮ ਫਾਈਟਰਸ ਦੇ ਨਾਲ ਨਫ਼ਰਤ ਹੋਣ ਦੇ ਲਈ ਉਹ ਘਰ ਦੀਆਂ ਬੀਬੀਆਂ ਦੇ ਨਾਲ ਵੀ ਮਾੜੇ ਤਲਕਾਤ ਰੱਖਣ ਲੱਗ ਪਏ, ਜਿਹਦੇ ਨਾਲ ਪਬਲਿਕ ਨਾਰਾਜ਼ ਹੋ ਗਈ ਕਿ ਇਹ ਤਾਂ ਜਿਹੜੇ ਹੈਗੇ ਹੈ ਖਾਲਿਸਤਾਨੀ, ਇਹਨਾਂ ਦਾ ਕੈਰੈਕਟਰ ਠੀਕ ਨਹੀਂ ਹੈ। ਇਸ ਤਰ੍ਹਾਂ ਖਾਲਿਸਤਾਨ ਦੀ ਮੂਵਮੈਂਟ ਇੰਡੀਆ ਨੇ ਫੇਲ ਕੀਤੀ ਹੈ। ਜਿਹੜਾ ਜਰਨਲਿਸਟ ਸੀਗਾ ਉਹ ਸੈਰ ਕਰਨ ਜਾ ਰਿਹਾ ਸੀਗਾ ਅਤੇ ਉਸ ਨੂੰ ਮਰਵਾਇਆ ਗਿਆ ਸੀ। ਮੈਂ ਪਿੱਟ ਕੇ ਹਟ ਗਿਆ। ਸਾਰੇ ਜਿੰਨੀਆਂ ਵੀ ਜਰਨਲਿਸਟ ਦੀਆਂ ਬੋਡੀਜ਼ ਹੈਗੀਆਂ, ਨਿਊਯਾਰਕ 'ਚ ਹੈ, ਲੰਡਨ 'ਚ ਹੈ, ਡੈਨਮਾਰਕ 'ਚ ਹੈ, ਕਿ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ ਇਸ ਜਰਨਲਿਸਟ ਦੀ ਕਿ ਇਹਨੂੰ ਕਿਵੇਂ ਮਰਾਇਆ ਗਿਆ। ਅਜੇ ਤੱਕ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਉਹਦਾ ਨਾਂ ਸੀ ਭਗਤ, ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀਗਾ। ਉਸ ਨੂੰ ਸੈਂਟਰ ਦੀ ਏਜੰਸੀ ਨੇ ਮਰਵਾ ਦਿੱਤਾ ਸੀ। ਜਿਹੜੀ ਸਾਡੀ ਰॉ ਸੀਕ੍ਰੇਟ ਏਜੰਸੀ ਹੈ, ਇਹਦੇ ਕੋਲੇ ਮਿਲਟਰੀ ਦਸਤੇ ਵੀ ਹੈਗੇ ਹੈ, ਜਿਹੜੇ ਰਿਕਰੂਟ ਹੁੰਦੇ ਹੈ ਤਿੱਬਤੀਆਂ ਦੇ ਨਾਲ। ਉਹਨਾਂ ਦੇ ਵਿੱਚ ਤਿੱਬਤੀਆਂ ਨੂੰ ਰਿਕਰੂਟ ਕੀਤਾ ਜਾਂਦਾ ਹੈ। ਦੇਹਰਾਦੂਨ ਦੇ ਕੋਲੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਨੇ ਹਿੱਸਾ ਵੀ ਲਿਆ ਸੀਗਾ ਬਲੂ ਸਟਾਰ ਦੇ ਵਿੱਚ, ਪਰ ਫਿਰ ਮਿਲਟਰੀ ਨੇ ਕਿਹਾ ਕਿ ਇਹ ਇਹਨਾਂ ਦਾ ਕੰਮ ਨਹੀਂ ਹੈ। ਜਿਹੜੀ ਰॉ ਦਾ ਮਿਲਟਰੀ ਵਿੰਗ ਕਿਉਂ ਹੈ, ਇਹ ਇਸੇ ਕੰਮ ਦੇ ਲਈ ਹੈ ਕਿ ਜਿੱਥੇ ਜਿੱਥੇ ਤੁਸੀਂ ਕੰਮ ਇਹੋ ਜਿਹੇ ਕਰਾਉਣੇ ਹੈ, ਤੁਹਾਡਾ ਮਿਲਟਰੀ ਵਿੰਗ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ ਹੈਗੀ ਹੈ। ਜਿਹੜਾ ਜਰਨਲਿਸਟ ਦਾ ਅਤੇ ਇਹ ਮੂਸੇਵਾਲ ਅਤੇ ਸਿੱਧੂ ਦੇ ਕਤਲ ਹੋਏ ਹੈ, ਸਾਡੀ ਅਮਦਾਦ ਸਾਰੇ ਬੰਦੀ ਸਿੱਖਾਂ ਨੇ ਕੀਤੀ ਹੈ। ਹਵਾੜਾ ਸਾਹਿਬ ਨੇ, ਤਾਰਾ ਨੇ, ਭੌਰਾ ਸਾਹਿਬ ਨੇ, ਸਾਰਿਆਂ ਨੇ ਕੀਤੀ ਹੈ। ਜਿਹੜੇ ਸਿੱਖ ਛੁੱਟ ਕੇ ਆਏ ਹੈ, ਜਿਹੜੇ ਫੌਜੀ ਹੈ ਧਰਮੀ, ਉਹਨਾਂ ਦਾ ਮੈਂ ਬਹੁਤ ਰਿਣੀ ਹੈ। ਅਤੇ ਅਸੀਂ ਕਹਿੰਦੇ ਹਾਂ ਕਿ ਜਿਵੇਂ ਰਾਜੀਵ ਗਾਂਧੀ ਦਾ ਕਾਤਲ ਸੁਪਰੀਮ ਕੋਰਟ ਨੇ ਹੁਣ ਛੱਡਤਾ ਹੈ, ਇਹ ਸਿੱਖ 30 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੈ ਅਤੇ ਇਹਨਾਂ ਦੀ ਰਿਹਾਈ ਇੱਕਦਮ ਹੋਣੀ ਚਾਹੀਦੀ ਹੈ। ਇਹ ਇੱਕ ਇੰਟਰਨੈਸ਼ਨਲ ਪੱਧਰ ਦਾ ਸਵਾਲ ਸਿੱਖਾਂ ਦੇ ਵਿੱਚ ਪੈਦਾ ਹੋ ਗਿਆ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਦੀ ਰਿਹਾਈ ਹੋ ਸਕਦੀ ਹੈ, ਫਿਰ ਸਿੱਖਾਂ ਨੇ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ, ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਹੈਗੀ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਇੱਕ ਬਾਣੀਆਂ ਦਾ ਹੈ ਕਿ ਇਹ ਮਿਨੋਰਿਟੀ ਦਾ ਸੂਬਾ ਹੈ, ਇਹਦਾ ਬਗੈਰ ਕੌਨਸਟੀਟਿਊਸ਼ਨਲ ਤਰੀਕੇ ਤੋਂ ਇਹਨਾਂ ਦਾ ਪਾਣੀ ਲਿਆ ਜਾਵੇ, ਇਹਨਾਂ ਦੇ ਬੰਦੇ ਬੰਦ ਕੀਤੇ ਜਾਣ 30 ਸਾਲ, ਜਿਹੜਾ ਕੋਈ ਕਾਨੂੰਨ ਨਹੀਂ ਹੈ। ਹੁਣ ਜਿਹੜਾ
मैं बहुत रौला पाया सीगा। एक ਜਿਹੜਾ ਆਦਿਵਾਸੀ ਸੀ ਫਾਦਰ ਸਟੇਨ ਸਵਾਮੀ, ਉਹ ਈਸਾਈਆਂ ਦਾ ਪ੍ਰਚਾਰ ਕਰਦਾ ਸੀ ਕਬੀਲਿਆਂ ਦੇ ਵਿੱਚ, ਆਦਿਵਾਸੀਆਂ ਦੇ ਵਿੱਚ। ਉਹਨੂੰ ਫੜ ਲਿਆ ਸੀ, ਉਸ ਨੂੰ ਦਵਾਈ ਬੂਟੀ ਨਹੀਂ ਦਿੱਤੀ, ਉਹ ਜੇਲ੍ਹ ਦੇ ਵਿੱਚ ਮਾਰਿਆ ਗਿਆ ਸੀਗਾ। ਅਤੇ ਹੁਣ ਕਬੀਲਿਆਂ ਦੀ ਪ੍ਰੈਜ਼ੀਡੈਂਟ ਸ਼ਾਇਦ ਸਾਡੀ ਅਗਲੀ ਬਣੇ। ਮੈਂ ਉਸ ਨੂੰ ਲਿਖਿਆ ਹੈ ਕਿ ਜਿਹੜੇ ਕਬੀਲੇ ਹੈ, ਜਦੋਂ ਆਰੀਅਨ ਆਏ ਹੈ ਉਦੋਂ ਇਹ ਸਾਰੇ ਲੋਕ ਤਿੱਤਰ ਬਿੱਤਰ ਹੋ ਗਏ ਸੀਗੇ। ਜਿਹੜੇ ਇੱਥੋਂ ਦੇ ਅਸਲੀ ਵਾਸੀ ਸੀ, ਇਹ ਸੈਂਟਰਲ ਇੰਡੀਆ ਦੇ ਜੰਗਲਾਂ ਦੇ ਵਿੱਚ ਜਾ ਕੇ ਰਹਿਣ ਲੱਗ ਪਏ। ਇਹ ਆਦਿਵਾਸੀ ਲੋਕ ਜੰਗਲਾਂ 'ਚ ਰਹਿੰਦੇ ਹੈ, ਪਰ ਜਿਹੜੇ ਰਿਚ ਅਤੇ ਅਮੀਰ ਬਿਜ਼ਨਸਮੈਨ ਨੇ ਲਾਲੇ ਸਾਡੇ, ਜੰਗਲਾਂ ਦੇ ਵਿੱਚ ਸੋਮੇ ਬਹੁਤ ਹੈ, ਸੋਨਾ ਚਾਂਦੀ ਪਾਣੀ ਲੱਕੜ ਸਾਰਾ ਕੁਛ। ਉਹ ਕੋਲਾ ਉਹਨਾਂ ਦੇ ਖਾਣ ਬਣਾਉਣਾ ਚਾਹੁੰਦੇ ਹੈ ਅਤੇ ਉਹਨਾਂ ਨੂੰ ਕੱਢਣਾ ਚਾਹੁੰਦੇ ਹੈ। ਅਤੇ ਗੌਰਮੈਂਟ ਦੇ ਉੱਤੇ ਪ੍ਰੈਸ਼ਰ ਹੈ ਕਿ ਇਹ ਆਦਿਵਾਸੀਆਂ ਨੂੰ ਬਾਹਰ ਕੱਢੋ। ਆਦਿਵਾਸੀਆਂ ਦੀ ਜ਼ਿੰਦਗੀ ਜੰਗਲ ਦੇ ਨਾਲ ਹੈ, ਉਹ ਜੰਗਲ ਦੇ ਨਾਲ ਪ੍ਰੇਮ ਕਰਦੇ ਹੈ, ਉੱਥੋਂ ਹੀ ਖਾਂਦੇ ਪੀਂਦੇ ਹੈ, ਉਹੀ ਉਹਨਾਂ ਦਾ ਮਜ਼ਹਬ ਹੈ। ਜਿਹੜੀ ਪ੍ਰਕਿਰਤੀ ਹੈ, ਉਹਨਾਂ ਦਾ ਮਜ਼ਹਬ ਪ੍ਰਕਿਰਤੀ ਹੈ, ਨੇਚਰ ਹੈ। ਉਹਨਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਹੈ, ਉਹ ਨਹੀਂ ਬਣਨਾ ਚਾਹੁੰਦੇ। ਅਤੇ ਉਹਨਾਂ ਨੂੰ ਜੰਗਲਾਂ 'ਚੋਂ ਖਾਲੀ ਕਰਨ ਦੇ ਲਈ ਉਹਨਾਂ ਨੂੰ ਕਹਿ ਦਿੰਦੇ ਹੈ ਨਕਸਲਾਈਟ ਹੈ, ਇਹ ਮਾਓਵਾਦੀ ਹੈ। ਮਾਓਵਾਦੀ ਕਹਿ ਕੇ, ਨਕਸਲਾਈਟ ਕਹਿ ਕੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਹੈ। ਉਹ ਕੋਈ ਨਕਸਲਾਈਟ ਨਹੀਂ ਹੈ, ਕੋਈ ਮਾਓਵਾਦੀ ਨਹੀਂ ਹੈ। ਜਿਵੇਂ ਆਪਣਾ ਸਟੇਨ ਸਵਾਮੀ ਜੀ ਸੀਗੇ ਪਾਦਰੀ, ਉਹ ਬਿਲਕੁਲ ਤੁਹਾਡੇ ਵਰਗੇ ਬੰਦੇ ਹੈ, ਪਰ ਉਹਨਾਂ ਨੂੰ ਕਹਿੰਦੇ ਹੈ ਨਕਸਲਾਈਟ ਹੈ, ਮਾਓਵਾਦੀ ਹੈ, ਅਤੇ ਉਹਨਾਂ ਨੂੰ ਪੈਰਾਮਿਲਟਰੀ ਫੋਰਸਿਸ ਮਾਰ ਦਿੰਦੀਆਂ। ਹੁਣ ਅਸੀਂ ਸਮਝਦੇ ਹਾਂ ਕਿ ਜੇ ਪ੍ਰੈਜ਼ੀਡੈਂਟ ਇੱਕ ਕਬੀਲਨ ਬਣ ਰਹੀ ਹੈ ਤਾਂ ਇਹ ਕੰਮ ਇਹ ਖਤਮ ਹੋਊਗਾ। ਮਿਜ਼ੋਰਮ ਦੇ ਵਿੱਚ ਵੀ ਅਤੇ ਨਾਗਾਲੈਂਡ ਦੇ ਵਿੱਚ ਵੀ ਜਿਹੜੇ ਕਬੀਲੇ ਹੈ ਉਹਨਾਂ ਨੂੰ ਗਲਤ ਕਹਿ ਕੇ ਸਰਕਾਰਾਂ ਮਰਵਾ ਦਿੰਦੀਆਂ। ਅਤੇ ਕਸ਼ਮੀਰ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਹੈ। ਐਫਸਪਾ ਜਿਹੜਾ ਕਾਨੂੰਨ ਹੈ ਉਹਦੇ ਹੇਠ ਸਿਕਿਉਰਿਟੀ ਫੋਰਸਿਸ ਕਿਸੇ ਨੂੰ ਮਾਰ ਸਕਦੀਆਂ, ਕਿਸੇ ਨੂੰ ਲੂਲਾ ਕਰ ਸਕਦੀਆਂ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀਆਂ, ਕਿਸੇ ਨੂੰ ਫੜ ਕੇ 6-6 ਸਾਲ ਰੱਖ ਸਕਦੀਆਂ, ਪਰ ਉਹਦੀ FIR ਨਹੀਂ ਕੱਟੀ ਜਾਂਦੀ। ਉਹ ਖੁੱਲ੍ਹੀ ਛੁੱਟੀ ਹੈ ਸਿਕਿਉਰਿਟੀ ਨੂੰ। ਹੁਣ ਮੁਸਲਮਾਨਾਂ ਦਾ ਸਾਡੇ ਇੰਡੀਆ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ। ਜਿੱਥੇ ਹਕੂਮਤ ਦਾ ਦਾਅ ਲੱਗਦਾ ਹੈ, ਇਹਨਾਂ ਦੀਆਂ ਕਾਲੋਨੀਆਂ ਦੇ ਉੱਤੇ ਬੁਲਡੋਜ਼ਰ ਫੇਰ ਦਿੰਦੇ ਹੈ, ਗਰੀਬਾਂ ਦੀਆਂ ਬਸਤੀਆਂ ਦੇ ਉੱਤੇ। ਮੱਧ ਪ੍ਰਦੇਸ਼ 'ਚ ਵੀ ਹੋ ਰਿਹਾ ਹੈ, ਹਰਿਆਣੇ 'ਚ ਵੀ ਹੋ ਰਿਹਾ ਹੈ, ਦਿੱਲੀ 'ਚ ਵੀ ਹੋ ਰਿਹਾ ਹੈ, UP 'ਚ ਵੀ ਹੋ ਰਿਹਾ ਹੈ। ਔਰ ਜਿਹੜੇ ਮੁਸਲਮਾਨਾਂ ਨੇ ਪ੍ਰੋਟੈਸਟ ਕੀਤਾ ਕਿ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਮਿਸ ਸ਼ਰਮਾ ਨੇ BJP RSS ਦੀ ਜਿਹੜੀ ਬੁਲਾਰਣ ਸੀਗੀ, ਉਹਦੇ ਉੱਤੇ ਜਿਹੜੇ ਵੀ ਮੁਸਲਮਾਨਾਂ ਨੇ ਮਜ਼ਾਰੇ ਕੱਢੇ ਹੈ, ਉਹਨਾਂ ਦੇ ਵੀ ਘਰ ਬੁਲਡੋਜ਼ਰਾਂ ਨਾਲ ਢਾਏ ਗਏ ਹੈ। ਅਤੇ ਅਮਰੀਕਾ ਦਾ ਲਿਖਾਰੀਆਂ ਲਈ, ਤੁਹਾਡੇ ਫੋਟੋਗ੍ਰਾਫਰਸ ਦੇ ਲਈ ਸਭ ਤੋਂ ਵੱਡਾ ਤਗਮਾ ਪੁਲਿਟਜ਼ਰ ਪ੍ਰਾਈਜ਼, ਪੁਲਿਟਜ਼ਰ PULITZER, ਇਹਦਾ ਬਹੁਤ ਪ੍ਰੈਸਟੀਜ ਹੁੰਦਾ। ਇੱਕ ਸੇਮੋਰ ਹਰਸ਼ ਸੀਗਾ ਲਿਖਾਰੀ, ਜਿਹਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਸੀ। ਉਹਨੇ ਰਿਸਰਚ ਕਰਕੇ ਕਿਹਾ ਸੀ ਕਿ ਜਿਹੜਾ ਪ੍ਰਾਈਮ ਮਿਨਿਸਟਰ ਤੁਹਾਡਾ ਇੰਡੀਆ ਦਾ ਮਰਾਰਜੀ ਦੇਸਾਈ, ਇਹ CIA ਦਾ ਏਜੰਟ ਹੈ, ਅਤੇ ਇੰਨੇ $1000 CIA ਇਹਨੂੰ ਹਰੇਕ ਸਾਲ ਦਿੰਦੀ ਹੈ। ਮਰਾਰਜੀ ਦੇਸਾਈ ਸ਼ਿਕਾਗੋ ਅਮਰੀਕਾ ਗਏ, ਉਹਨਾਂ ਨੇ ਮੁਕੱਦਮਾ ਕੀਤਾ ਕਿ ਇਹ ਗਲਤ ਸੇਮੋਰ ਹਰਸ਼ ਨੇ ਕਿਤਾਬ ਲਿਖੀ ਹੈ,
पर अदालत ने कहा बिल्कुल पतरा ਇਹਦਾ ਜਿਹੜਾ तेरे खिलाफ लिखा सच है। तो मुरारजी देसाई का मुकदमा फेल किया गया सी। हुण साडी एक कश्मीर की बीपी है, उसका नाम है सिना मट्टू। वो फोटोग्राफर है, तुहाडे वर्गी जर्नलिस्ट है। उसनूं पहली बारी पुलिट्जर प्राइज़ अमेरिका ने दिता। सानू फख्र होना चाहिए है कि साडे इंडिया के एक बीबी नौजवान नूं पुलिट्जर प्राइज़ मिलिया हैगा। पर वो पेरिस जा रही सी एक कॉन्फ्रेंस के लिए, उसनूं एयरपोर्ट तो अगे जान नहीं दिता कि तेरी जम्मू कश्मीर ने कहा कि इनू बाहर नहीं जान देना। इहो जिहा जिहड़ा जुल्म मुसलमानों के उत्ते हो रहा है, हज़रत मुहम्मद साहब की बेइज्जती की गई है, सरकार ने माफ़ी नहीं मंगी है कि जबकि वो RSS ते BJP पार्टी की बुलारण है। ये काम बहुत इंडिया की फॉरन पॉलिसी को फसाऊगा। जिन्ना भी तेल अरब मुस्लिम कंट्रीज़ तो आता है ਉਹਦੇ ਉੱਤੇ ਨਾਕੇ ਲੱਗ ਜਾਣਗੇ, फिर असी तेल पिछों पछतावांगे। ये सैकुलर सरकार मोदी की बिल्कुल नहीं है, ये हिंदुत्व की सरकार है। तो ये हिंदू राष्ट्र इत्थे कायम करना चाहती है, जिहदे खिलाफ असी हैगे हैं तो जिहदे खिलाफ तुसीं मैनूं फतवा दिता है। क्यों करके बहुत वड्डियां पार्टी ऑल इंडिया ऑल वर्ल्ड फेमस कांग्रेस पार्टी, BJP, RSS, आम पार्टी, बादल दल नूं एक छोटे जे आदमी ने बाई इलैक्शन दे विच हराता है, जबकि बाई इलैक्शन दे विच सरकार कदे हार नहीं सकती है। ये जिहड़ा गुस्सा लोकां दा वो निकलिया है, ये जिहड़ियां इंडिया दीयां पार्टीज़ हैं, जिहड़ा इत्थों दी कॉन्स्टिट्यूशन तब्दील करना चाहती है, इत्थे हिंदू राष्ट्र लगाना चाहती है। तो असी ये भी अपील करते हैं कि जिहड़े बंदी हैगे कश्मीरी शबीर शाह ते यासीन मलिक, वो बिल्कुल इनोसेंट हैगे है, उन्हां दे खिलाफ कोई इहो जी गल नहीं हुई। उन्हां नूं भी रिहा सिख कैदियां दे नाल कर देना चाहिए। हुण एक परंपरा बनी है सिखां दी कि जदों गुरु हरगोबिंद साहब ग्वालियर की कैद दे विच सीगे, बादशाह जहांगीर ने हुक्म दिता कि 6वें पातशाह नूं रिहा किया जाए। पर 6वें पातशाह ने कहा मेरे नाल 52 हिंदू राजे कैद कट रहे हैं, जिन्ना चिर उन्हां दी रिहाई का ऑर्डर नहीं आता उन्ना चिर मैं रिहाई नहीं लेनी। बादशाह जहांगीर ने कहा कि 52 के 52 हिंदू राजे रिहा होणगे महाराज दे नाल। फिर जो कश्मीरी पंडितां दे जनेऊ जबरदस्ती औरंगजेब ला रहा सी, गुरु तेग बहादुर साहब जनेऊ नहीं सी पहन दे, पहली पातशाही ने इनू खत्म करता सी। पर जिहड़ा जुल्म पंडितां दे खिलाफ हो रहा सी, ਉਹਦੇ बदले गुरु तेग बहादुर साहब ने अपनी शहादत दी। पर अज हिंदुआं दा राज है, तो हुण तुसीं दसो कि हिंदुआं दा वतीरा सिखां दे नाल उहो जिहा हैगा जिहड़ा साडे गुरुआं ने उन्हां दे लई कीता है? बिल्कुल नहीं। साडी इह बिल्कुल साडे उत्ते दोष लाई जाते है, सारा कुछ लाई जाते है कि मान जीता है, ये तो भिंडरावाले की बात करता है, ये खालिस्तान पार्लियामेंट में करूँगा। इहो जे टैलीविजन के उत्ते गल्लां हो रही है, मैनू उहदी कोई परवाह नहीं। पर मैं पुछदा जो गुरुआ ने तुहाडे लई जानां देतियां, तुहाडी रिहाई दे लई कहता कि 52 हिंदू राजा नूं छड्डो, ते हुण हिंदुआं नूं की हो गया कि साडे नाल दुश्मनी पाई हुई है। 1947 च गांधी नेहरू मन गए कि पंजाब के 2 हिस्से किए जाण, तो उदों क्यों नहीं सी ना कर सकते कि पंजाब के 2 हिस्से नहीं होणगे।
ਸੋ ਮੇਰਾ ਮਤਲਬ ਹੈ ਕਿ ਇਹ ਹਿੰਦੂ ਨੂੰ ਆਪਣਾ ਰਵੱਈਆ ਹੁਣ ਚੇਂਜ ਕਰਨਾ ਪਊਗਾ ਜੇ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਹੈ। ਜਿਹੜੀ ਵੱਧ ਗਿਣਤੀ ਹੁੰਦੀ ਹੈ ਉਹ ਘੱਟ ਗਿਣਤੀ ਨੂੰ ਨਾਲ ਲੈ ਕੇ ਚੱਲਦੀ ਹੈ। ਜੇ ਉਹ ਕਹੇ ਕਿ ਘੱਟ ਗਿਣਤੀ ਸਾਡੇ ਨਾਲ ਚੱਲੇ, ਫਿਰ ਉਹ ਘੱਟ ਗਿਣਤੀ ਰਹਿੰਦੀ ਹੋਈ ਨਹੀਂ, ਉਹ ਵੱਧ ਗਿਣਤੀ ਹੋ ਜਾਂਦੀ ਹੈ। ਸੋ ਆਹ ਚੀਜ਼ਾਂ ਮੈਂ ਕਹਿਣੀਆਂ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਤਕੜੀ ਤੁਹਾਡੀ ਪ੍ਰੈਸ ਹੈ। ਅਤੇ ਹੁਣ ਮੈਂ ਇਨਵਾਈਟ ਕਰਦਾ ਕਿ ਜੇ ਤੁਸੀਂ ਮੈਨੂੰ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ। ਉਹ ਐਵੇਂ ਜਿਵੇਂ ਹਿਰਨ ਚਟਾਲਾ ਖਾ ਕੇ ਨਾ ਮੋਢੇ ਮਾਰਨ ਲੱਗ ਪੈਂਦੇ ਹੈ। ਬਾਦਲ ਕੇ ਇਸ ਤਰ੍ਹਾਂ ਮੋਢੇ ਮਾਰ ਰਹੇ ਹੈ ਕਿ ਸਾਡਾ ਨਾਂ ਨਹੀਂ ਆਇਆ, ਪਰ ਉਹਨਾਂ ਨੇ ਤਾਂ ਕਰਾਇਆ ਹੈਗਾ, ਉਹ ਕਿਵੇਂ ਬਚ ਜਾਣਗੇ? ਇਹ ਰਿਪੋਰਟ ਬਿਲਕੁਲ ਗਲਤ ਦਿੱਤੀ ਹੈ ਚੀਫ ਮਿਨਿਸਟਰ ਸਾਹਿਬ ਨੇ, ਅਤੇ ਉਹਨਾਂ ਨੂੰ ਦਿੱਤੀ ਹੈ ਜਨਾਲਾ ਸਾਹਿਬ ਨੂੰ, ਜਿਨ੍ਹਾਂ ਨੇ ਕੋਈ ਬਰਗਾੜੀ ਮੋਰਚੇ ਦੇ ਵਿੱਚ ਦਿਲਚਸਪੀ ਨਹੀਂ ਲਈ, ਕੁਛ ਨਹੀਂ ਕੀਤਾ। ਅਤੇ ਇਹ ਦੇਖੋ, ਬਾਦਲ ਦਾ ਕੱਖ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕੀ ਸੀ ਕਿ ਮੈਂ ਸਾਰੇ ਮੁਲਜ਼ਮ ਫੜ ਲੂੰਗਾ, ਨਹੀਂ ਕੀਤਾ। ਅੱਜ ਕੈਪਟਨ ਸਾਹਿਬ ਦਾ ਕੱਖ ਨਹੀਂ ਰਿਹਾ। ਫਿਰ ਕਾਂਗਰਸ ਦੇ ਚੀਫ ਮਿਨਿਸਟਰ ਸਾਹਿਬ ਆਏ, ਉਹਨਾਂ ਨੇ ਕੁਛ ਨਹੀਂ ਕੀਤਾ। ਉਹ ਵੀ ਫਿਰ ਮੁਲਜ਼ਮ ਬਣ ਕੇ ਈਡੀ ਦੇ ਦਫ਼ਤਰ ਦੇ ਵਿੱਚ ਕਿੰਨੇ ਘੰਟੇ ਉਹਨਾਂ ਦੀ ਇੰਟਰੋਗੇਸ਼ਨ ਹੁੰਦੀ ਗਈ। ਹੁਣ ਆਮ ਆਦਮੀ ਪਾਰਟੀ ਨੂੰ ਮੈਂ ਬਿਲਕੁਲ ਵਾਰਨ ਕਰਦਾ ਕਿ ਜਿਹੜਾ ਤੁਸੀਂ ਨਹੀਂ ਕੀਤਾ, ਇਸ ਕਰਕੇ ਤੁਸੀਂ ਇਲੈਕਸ਼ਨ ਸੰਗਰੂਰ 'ਤੇ ਹਾਰੇ ਹੋ, ਜਿਹੜਾ ਕਦੇ ਵੀ ਰੂਲਿੰਗ ਪਾਰਟੀ ਬਾਈ ਇਲੈਕਸ਼ਨ ਨਹੀਂ ਹਾਰਦੀ ਹੁੰਦੀ, ਅਤੇ ਤੁਹਾਡਾ ਅੰਤ ਆਉਣ ਵਾਲਾ ਹੈਗਾ। ਅਤੇ ਇੱਕ ਚੱਡਾ ਸਾਹਿਬ ਹੈ ਜਿਹੜਾ ਇਹ ਦਿੱਲੀ ਦੀ ਹਕੂਮਤ ਤੋਂ ਨੋਟਿਸ ਲੈ ਕੇ ਪੰਜਾਬ ਸਰਕਾਰ ਨੂੰ ਚਲਾ ਰਿਹਾ ਹੈ। ਰੋਜ਼ ਕਤਲ ਹੋ ਰਹੇ ਹੈ। ਇੱਕ ਕਬੱਡੀ ਦਾ ਪਲੇਅਰ ਪਾਕਿਸਤਾਨ ਦੇ ਵਿੱਚ ਵੀ ਮਾਰਿਆ ਗਿਆ। ਇਹ ਸਾਰੀਆਂ ਚੀਜ਼ਾਂ ਇਹ ਖਤਮ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਆਰਾਮ ਦੇ ਨਾਲ, ਆਜ਼ਾਦੀ ਦੇ ਨਾਲ ਸੈਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹ ਡਰ ਜਿਹੜਾ ਸਰਕਾਰਾਂ ਨੇ ਪੈਦਾ ਕਰਤਾ ਹੈ, ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ। ਮਾਨ ਸਾਹਿਬ, ਇੱਕ ਖਾਲਿਸਤਾਨ ਲਿਖਣ ਦੇ ਨਾਮ ਦੇ ਉੱਤੇ ਜੇ ਕੋਈ ਪੋਸਟਾਂ ਪਾਉਂਦੇ ਨੇ ਜਾਂ ਕਿਸੇ ਕੰਧ ਤੇ ਲਿਖ ਦਿੰਦੇ ਨੇ, ਪਰਚੇ ਦਰਜ ਹੋ ਜਾਂਦੇ ਆ, ਉਸ ਇਸ਼ੂ ਨੂੰ ਤੁਸੀਂ ਕਿਵੇਂ ਲੈਂਦੇ ਹੋ ਜੀ? ਕੀ ਇਹ ਮਾਮਲਾ ਜਿਹੜਾ ਹੈ ਲੋਕ ਸਭਾ ਦੇ ਵਿੱਚ ਉਠਾਇਆ ਜਾਊਗਾ? ਜਿੰਨੇ ਵੀ ਪਰਚੇ ਹੋਏ ਆ ਹੁਣ ਤੱਕ, ਕੀ ਉਹ ਰੱਦ ਹੋਣਗੇ? ਜਦੋਂ ਸੁਪਰੀਮ ਕੋਰਟ ਨੇ ਕਹਿਤਾ, ਲਿਖਤੀ ਆਰਡਰ ਦੇਤਾ ਕਿ ਖਾਲਿਸਤਾਨ ਦੀ ਤੁਸੀਂ ਗੱਲ ਕਰ ਸਕਦੇ ਹੋ, ਖਾਲਿਸਤਾਨ ਦੀ ਕਾਨਫਰੰਸ ਕਰ ਸਕਦੇ ਹੋ, ਖਾਲਿਸਤਾਨ ਦਾ ਇਕੱਠ ਕਰ ਸਕਦੇ ਹੋ, ਅਤੇ ਫਿਰ ਖਾਲਿਸਤਾਨ ਕਿਵੇਂ ਗਲਤ ਹੋ ਸਕਦਾ ਹੈਗਾ? ਜਿੰਨਾ ਚਿਰ ਆਪਾਂ ਕਿਸੇ ਨੂੰ ਭੜਕਾਈਏ ਨਾ, ਕਿਸੇ ਨੂੰ ਐਂ ਨਾ ਕਹੀਏ ਕਿ ਤੁਸੀਂ ਐਂ ਕਰ ਦਿਓ, ਗੋਲੀ ਮਾਰ ਦਿਓ, ਬਰੂਦ ਮਾਰ ਦਿਓ, ਉਨਾ ਚਿਰ ਖਾਲਿਸਤਾਨ ਦੀ ਕਾਨਫਰੰਸ ਗੱਲ ਕਰਨਾ ਬਿਲਕੁਲ ਜਾਇਜ਼ ਹੈ ਅਤੇ ਆਪਾਂ ਕਰ ਸਕਦੇ ਹਾਂ ਕੌਨਸਟੀਟਿਊਸ਼ਨਲੀ ਅਤੇ ਸੁਪਰੀਮ ਕੋਰਟ ਦੇ ਆਰਡਰ ਦੇ ਤਹਿਤ। ਜੇ ਤੁਹਾਡੇ ਕੋਲ ਆਰਡਰ ਨਹੀਂ ਹੈ, ਅਸੀਂ ਅੱਜ ਤੁਹਾਡੇ ਕੋਲ ਸਾਰਿਆਂ ਕੋਲ ਪਹੁੰਚਾ ਸਕਦੇ ਹਾਂ। ਪਿਛਲੇ ਦਿਨ ਏਜੰਸੀਜ਼ ਨੇ ਬੁਲਾ ਕੇ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਤੁਹਾਡੀ ਪਾਰਟੀ ਨਾਲ ਸੰਬੰਧਿਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਹਨਾਂ ਨੇ ਦਿਖਾਏ ਨਹੀਂ ਨਾ, ਕਾਗਜ਼ ਨਹੀਂ ਦਿਖਾਏ ਨਾ ਜੀ। ਅਤੇ ਪ੍ਰੈਸ ਦਾ ਵੀ ਇਹ ਹੈਗਾ ਕਿ ਪ੍ਰੈਸ ਵੀ ਦੱਸੇ ਕਿ ਇਹ ਜੁਰਮ ਨਹੀਂ ਬਣਦਾ। ਪ੍ਰੈਸ ਦਾ ਵੀ ਪੰਜਾਬ ਦਾ ਇਤਿਹਾਸ ਰਿਹਾ ਕਿ ਸ਼੍ਰੋਮਣੀ ਪੰਜਾਬ ਦਾ ਇੱਥੇ ਇਤਿਹਾਸ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਰਿਹਾ ਹੈ। ਹਾਂ, ਚਾਹੇ ਉਹ 20 ਹੈ ਜਾਂ 15 ਹੈ, ਉਹ ਦੂਜੇ ਮਤਲਬ ਕਿ ਥੱਲੇ ਚਲੇ ਜਾਂਦੇ ਆ। ਹਾਂ, ਹੁਣ ਤੁਹਾਨੂੰ ਲੋਕਾਂ ਨੇ ਪਾਵਰ ਦਿੱਤੀ ਹੈਗੀ ਹੈ। ਸ਼੍ਰੋਮਣੀ ਅਕਾਲੀ ਦਲ ਤੁਹਾਡਾ ਹੁਣ ਮੇਨ ਹੁੰਦਾ ਹੈ, ਤਾਂ ਹੁਣ ਸ਼੍ਰੋਮਣੀ ਕਮੇਟੀ ਬਾਰੇ ਕੀ ਪਲਾਨ ਕਰਦਾ? ਹੁਣ ਅਕਾਲੀ ਦਲ ਇੱਥੇ ਬੈਠਾ ਤੁਹਾਡੇ ਕੋਲੇ। ਹਾਂ, ਮੈਂ ਉਹੀ ਅਤੇ 11 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨਸ ਨਹੀਂ ਹੋਏ, ਜਿਹਦਾ ਇਹ ਜਮਹੂਰੀਅਤ ਤੌਰ 'ਤੇ ਸਾਡੇ ਸਿੱਖਾਂ ਦਾ ਹੱਕ ਡੈਮੋਕਰੇਸੀ ਤੋਂ ਲਿਆ ਗਿਆ ਹੈ। ਅਸੀਂ ਇਹਨੂੰ ਵਾਪਸ ਕਰਾਵਾਂਗੇ। ਅਸੀਂ ਸਾਰੇ ਜਮਹੂਰੀਅਤ ਪਸੰਦ ਮੁਲਕਾਂ ਨੂੰ ਵੀ ਲਿਖਤਾ ਹੈ
कि सिखां दा जिहड़ा जमहूरीयत हक है वो हिंदुत्वा ने ले लिया। 11 साल तो साडी पार्लीमेंट दे इलैक्शन नहीं हो रहे। तो देखो बाहर दियां सरकारां किन्नियां सेंसिटिव हैगियां सिखां ते। कैनेडा ने परसों ऑर्डर किया सीगा कि जिन्हां दे दाड़ियां हैगियां वो सिक्योरिटी दे विच नहीं लग सकते, क्यों करके उन्हां दे मास्क नहीं ये हो सकते। अज कैनेडा ने वो ऑर्डर वापस ले लिया तो कैनेडा ने कहा कि सिख अपना मास्क पहन के ड्यूटी ते जा सकते हैं। ये सिर्फ इंडिया नूं तकलीफ है कि सिखां नूं आराम दे नाल उन्हां दे मजहब दे विच नहीं रहन देना। इन्हां नूं चेता चूता भुल गया कि गुरु हरगोबिंद साहब ने ते गुरु तेग बहादुर साहब ने किया इन्हां दे लई। मान साहब लाभ सर दी 178 पोस्टां नूं लैके डॉक्टर अंबेडकर महासंघ के पंजाब प्रधान जतिंदर सिंह मट्टू ने पंजाब सरकार घेरी है, तुसीं की कहना चाहोगे इस बारे? मट्टू साहब ने ठीक घेरी है, क्यों करके ये जिहड़े साडे गरीब आदमी है उन्हां दी गल कदे प्रेस कॉन्फ्रेंस च हुंदी नहीं है। हुण जिहड़े साडे रंगरेटे सिख पिंडां दे विच रहिंदे है उन्हां दा एक कमरा है, ਉਹਦੇ ਵਿੱਚ ਮੀਆਂ ਬੀਬੀ ਸੌਂਦੇ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਮੁੰਡਾ ਉਹਨਾਂ ਦੀ ਨੂੰਹ ਸੌਂਦੀ ਹੈ। ਜੇ ਧੀ ਤੇ ਜਵਾਈ ਆ ਜਾਏ ਉਹ ਵੀ ਉਸੇ ਕਮਰੇ 'ਚ ਸੌਂਦਾ ਹੈ। ਜਦੋਂ ਸਰਦੀ ਦੀ ਠੰਡ ਪੈ ਜੇ ਸੀਤਲ, ਫਿਰ ਉਹਨਾਂ ਦਾ ਡੰਗਰ ਬੱਚਾ ਵੀ ਉਸੇ ਕਮਰੇ ਦੇ ਵਿੱਚ ਪੈਂਦਾ। 75 ਸਾਲ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਇਆ। ਇੰਦਰਾ ਗਾਂਧੀ ਨੇ ਨਾਅਰਾ ਦਿੱਤਾ ਸੀਗਾ ਰੋਟੀ ਕੱਪੜਾ ਮਕਾਨ। ਮੈਨੂੰ ਦੱਸੋ ਕਿ ਇਹ ਸਾਡੇ ਰੰਗਰੇਟੇ ਸਿੱਖਾਂ ਦਾ ਜੀਵਨ ਇਹੋ ਜਿਹਾ ਕਿਉਂ ਅੱਜ ਤੱਕ ਮਾੜਾ ਹੈ ਤੇ ਕਿਸੇ ਸਰਕਾਰ ਨੇ ਇੱਧਰਲੇ ਪਾਸੇ ਦੇਖਿਆ ਨਹੀਂ, ਨਾ ਕਿਸੇ ਪ੍ਰੈਸ ਨੇ ਤਫਤੀਸ਼ ਕੀਤੀ ਹੈ ਕਿ ਇਹ ਕਿਵੇਂ ਰਹਿੰਦੇ ਹੈ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ। ਇਹਦੀ ਕਹਾਣੀ ਅਜੇ ਤੱਕ ਪ੍ਰਕਾਸ਼ ਨਹੀਂ ਹੋਈ, ਕਿਉਂ ਕਰਕੇ ਇਹ ਜਿਹੜੀ ਹਕੂਮਤ ਹੈ, ਜਿਹੜੀ ਪ੍ਰੈਸ ਹੈ, ਇਹ ਬ੍ਰਾਹਮਣਵਾਦ ਦੇ ਹੱਥ ਦੇ ਵਿੱਚ ਹੈ ਤੇ ਮਾਈਨੋਰਿਟੀਜ਼ ਨੂੰ ਤੇ ਘੱਟ ਗਿਣਤੀਆਂ ਨੂੰ ਤੇ ਰੰਗਰੇਟਿਆਂ ਨੂੰ ਇਹ ਆਪਣੇ ਨਕਸ਼ੇ 'ਚੋਂ ਬਾਹਰ ਕੱਢ ਕੇ ਰੱਖਦੀ ਹੈ। ਪ੍ਰਧਾਨ ਜੀ ਮੇਰੇ ਦੋ ਸਵਾਲ ਹੈ। ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਆ ਰਹੀ ਹੈ। ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਬਿਠਾਉਣਗੇ, ਸਾਨੂੰ ਯਕੀਨ ਹੈ। ਇਹਦੇ ਨਾਲ ਹੀ ਕੀ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਜਿਹੜਾ ਬਰਗਾੜੀ ਵਾਲਾ ਮੋਰਚਾ ਹੈ ਹੋਰ ਤਿੱਖਾ ਕੀਤਾ ਜਾਊਗਾ? ਬਰਗਾੜੀ ਦਾ ਮੋਰਚਾ ਅੱਜ 362 ਦਿਨਾਂ 'ਤੇ ਚੱਲ ਰਿਹਾ ਹੈ। ਇਹ ਬਹੁਤ ਜ਼ਿਆਦਾ ਤਿੱਖਾ ਹੋ ਜਾਣਾ ਹੈ ਤੇ ਜੇ ਮੈਂ ਪਾਰਲੀਮੈਂਟ ਦੇ ਵਿੱਚ SCPC ਦੀ ਗੱਲ ਨਾ ਕੀਤੀ, ਮੇਰੇ ਵੋਟਰਾਂ ਨੇ ਮੈਨੂੰ ਵਾਪਸ ਬੁਲਾ ਲੈਣਾ। ਸੋ ਮੈਂ ਆਪਣੀ ਸੇਫਟੀ ਦੇ ਲਈ, ਬਚਾਓ ਦੇ ਲਈ ਜ਼ਰੂਰ ਕਰੂੰਗਾ। I have an objection because they go on cheap labor. I am not per se against migrant laborers. I like them. They work for us in the fields, but they don't get the money a Punjabi worker gets. That is the discrimination, and that is why Punjabi workers should not be ousted out of the labor class, and they should be paid more according to their standard of living like you and I live. ਬਟ ਉਹਨਾਂ ਨੂੰ ਤੁਸੀਂ ਵੈਲਕਮ ਕਰ ਰਹੇ ਹੋ ਕਿ ਉਹ ਅੱਛੇ ਆ ਸਕਦੇ ਨੇ ਜਾਂ ਉਹਦੇ ਵਿੱਚ ਵੀ ਤੁਹਾਨੂੰ ਜਿੱਦਾਂ ਨਹੀਂ, I am not against anybody. No. ਉਹ ਤਾਂ ਸਾਡੇ ਰੱਬ ਨੇ। ਤੁਸੀਂ ਕਹਿੰਦੇ ਹੋ ਲੁੱਟ ਕਰਦੇ ਨੇ ਤੇ ਹੈਂ? ਮਾਹੌਲ ਖਰਾਬ ਕਰਦੇ ਨੇ। ਕੀ ਕਰਦੇ ਆ? ਲੁੱਟ ਕਰਦੇ ਨੇ ਤੇ ਮਾਹੌਲ ਖਰਾਬ ਹੁੰਦਾ ਹੈ। ਲੁੱਟ ਨਹੀਂ ਕਰਦੇ ਉਹ ਗਰੀਬ ਆਦਮੀ ਹੈ। ਤੇ ਰਿਸੋਰਸਿਸ ਹੀ ਲੁੱਟ ਜਦੋਂ ਉਹ ਜਾਂਦੇ ਹੈ ਇੱਥੋਂ ਬਾਈਸਿਕਲ ਲੈ ਕੇ ਜਾਂਦੇ ਹੈ, ਮਸ਼ੀਨਾਂ ਲੈ ਕੇ ਜਾਂਦੇ ਹੈ। ਹਮੇਸ਼ਾ ਪੰਜਾਬ ਦਾ ਉਹ ਬਹੁਤ ਅੱਛਾ ਉੱਥੇ ਜਾ ਕੇ ਪ੍ਰਚਾਰ ਕਰਦੇ ਹੈ। ਮੈਂ ਉਹਨਾਂ ਕੋਲੇ 5 ਸਾਲ ਜੇਲ੍ਹ ਦੇ ਵਿੱਚ ਰਿਹਾ। ਮੇਰੀ ਬਹੁਤ ਇੱਜ਼ਤ ਕਰਦੇ ਸੀ, ਮੈਨੂੰ ਕਹਿੰਦੇ ਸੀ ਮਾਨ ਬਾਬੂ। ਬਿਹਾਰ ਦੇ ਵਿੱਚ ਸਰਦਾਰ ਨੂੰ ਬਾਬੂ ਕਿਹਾ ਜਾਂਦਾ ਹੈ ਅਤੇ ਮੇਰੇ ਨਾਲ ਉਹਨਾਂ ਦਾ ਬਹੁਤ ਅੱਛਾ ਰਸੂਖ ਸੀਗਾ। ਅਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਜਿਹੜਾ ਵੀ ਲੇਬਰ ਖੇਤੀਬਾੜੀ ਦੇ ਵਿੱਚ ਆਉਂਦਾ ਹੈ ਉਹਦੀ ਪੂਰੀ ਸੇਵਾ ਹੋਣੀ ਚਾਹੀਦੀ ਹੈ, ਉਹਨੂੰ ਖਾਣਾ ਅੱਛਾ ਮਿਲਣਾ ਚਾਹੀਦਾ ਹੈ।
ਸੌਣ ਨੂੰ ਅੱਛੀ ਜਗ੍ਹਾ ਮਿਲਣੀ ਚਾਹੀਦੀ ਹੈ ਅਤੇ ਉਸ ਨੂੰ ਗੈਰ ਮਨੁੱਖ ਨਹੀਂ ਸਮਝਣਾ ਚਾਹੀਦਾ। ਉਹ ਜਿਹੜਾ ਤੁਹਾਡੀ ਸੇਵਾ ਕਰਦਾ ਹੈ, ਉਹਦੇ ਨਾਲ ਅਸੀਂ ਪਲਦੇ ਹਾਂ ਅਤੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਪਰ ਮੈਂ ਪੰਜਾਬੀ ਲੇਬਰ ਦੀ ਗੱਲ ਕੀਤੀ ਹੈ ਕਿ ਇਹਨਾਂ ਦੀ ਸੈਲਰੀ, ਇਹਨਾਂ ਦੀ ਦਿਹਾੜੀ ਜ਼ਿਆਦਾ ਵੱਧਣੀ ਚਾਹੀਦੀ ਹੈ ਜਿਵੇਂ ਤੁਹਾਡੀ ਅਤੇ ਮੇਰੀ ਹੈਗੀ ਹੈ। ਮੱਤੇਵਾੜਾ ਤੇ ਇੱਕ ਵਾਰ ਤੁਸੀਂ ਉੱਥੇ ਵੀ ਆਪਣਾ ਸਟੈਂਡਿੰਗ ਪਰ ਕਲੀਅਰ ਕਰੋ। ਮੱਤੇਵਾੜਾ ਤੇ ਤੁਹਾਡਾ ਕੀ ਓਪੀਨੀਅਨ ਹੈ? ਆਰ ਯੂ ਇਨ ਫੇਵਰ ਔਰ ਅਗੇਂਸਟ? No, I am against forests being turned into industrial parks. And on the 10th, I'm attending a meeting called by that committee. I am very against pollution, in favor of environment. And ਜਿਹੜਾ ਬੁੱਢਾ ਨਾਲਾ ਹੈ ਉਹ ਅਜੇ ਤੱਕ ਸਰਕਾਰਾਂ ਨੇ ਬੰਦ ਕਿਉਂ ਨਹੀਂ ਕੀਤਾ? ਕਿਉਂ ਕਰਕੇ ਸਾਰੀਆਂ ਦਿੱਲੀ ਤੋਂ ਸਰਕਾਰਾਂ, ਜਿਵੇਂ ਮੈਂ ਸ਼ੁਰੂ 'ਚ ਕਿਹਾ, ਇੱਥੇ ਬਣਦੀਆਂ ਆ ਰਹੀਆਂ ਅਤੇ ਪੰਜਾਬ ਦੀ ਨੁਮਾਇੰਦਗੀ ਕਦੇ ਵੀ ਪੰਜਾਬ ਦੀ ਸਰਕਾਰ ਦੇ ਵਿੱਚ ਨਹੀਂ ਹੋਈ। ਤੁਸੀਂ ਹਾਊਸ 'ਚ ਜਾਓਗੇ ਕਿਉਂਕਿ ਪਹਿਲਾਂ ਜਿੱਦਾਂ ਦੱਸਦੇ ਹਾਂ ਅਸੀਂ ਆਰਕਾਈਵਸ 'ਚ ਪੜ੍ਹਦੇ ਹਾਂ, ਯੂ ਕੈਨ ਨਾਟ ਐਂਟਰ ਦਾ ਹਾਊਸ, ਇਸ ਵਾਰ ਤੁਸੀਂ ਕਿੱਦਾਂ ਉਹਨੂੰ? ਦੇਖੋ, ਇਹ ਮੇਰਾ ਕਸੂਰ ਨਹੀਂ। ਜਿਹੜੀ ਕੌਨਸਟੀਟਿਊਸ਼ਨ ਹੈ, ਮੇਰੀ ਸਲਵਾਰ ਕਿੱਥੇ ਹੈ? ਹਾਂ ਲਓ ਜੀ। ਜਿਹੜੀ ਕੌਨਸਟੀਟਿਊਸ਼ਨ ਹੈ ਉਹ ਕਹਿੰਦੀ ਆ ਆਰਟੀਕਲ 25 that a Sikh can wear his kirpan and carry his kirpan. Now you let me know why the majority forces of Hinduism don't carry out their constitutional duties and allow me to carry my kirpan inside the house. It's not my fault. It's the fault of the majority representatives in parliament that abuse their own constitution and disallow a Sikh to carry out his constitutional right. It's not my fault. Are you confident that they'll allow you, this time? You know better. Their mind, you tell me before that and I'll follow that. You find out from the hardcore people. ਉਹਨਾਂ ਨੂੰ ਪੁੱਛੋ ਜਿਹੜੇ ਵੱਡੇ ਵੱਡੇ ਹਿੰਦੂ ਰਾਸ਼ਟਰ ਦੇ ਹੈਗੇ ਕਿ ਐਤਕੀ ਪਾਣ ਨੂੰ ਖਰਪਾਨ ਉਹਦਾ ਕੌਨਸਟੀਟਿਊਸ਼ਨਲ ਹੱਕ ਉਸ ਨੂੰ ਦਿਵਾਉਂਗੇ ਕਿ ਨਹੀਂ ਦਿਵਾਉਂਗੇ। ਮੇਰਾ ਕਸੂਰ ਨਹੀਂ ਹੈ। ਖਾਲਿਸਤਾਨ ਦੀ ਪਾਰਲੀਮੈਂਟ ਹੋ ਜਾਏ ਅਤੇ ਪਾਰਲੀਮੈਂਟ ਖਾਲਿਸਤਾਨ ਦੀ ਕਿ ਬੋਦੀ ਵਾਲਾ ਨਹੀਂ ਆਉਣਾ ਚਾਹੀਦਾ ਅੰਦਰ, ਜਿਹਨੇ ਸੁਨਤ ਕੀਤੀ ਹੈ ਉਹ ਨਹੀਂ ਅੰਦਰ ਆਉਣਾ ਚਾਹੀਦਾ। ਇਹ ਮੇਰਾ ਮਤਲਬ ਇਹ ਤਾਂ ਜਾਸਤੀ ਹੈ। ਮਾਨ ਸਾਹਿਬ, ਰਾਸ਼ਟਰਪਤੀ ਦੀ ਚੋਣ ਆ ਰਹੀ ਹੈ ਜੀ, ਉਹਦੇ ਬਾਰੇ ਕੀ ਕਹਿਣਾ? ਉਹਦੇ ਬਾਰੇ ਸਾਡੀ ਮੀਟਿੰਗ ਹੋਈ ਸੀਗੀ ਅਤੇ ਅਸੀਂ ਫੈਸਲਾ ਕਰ ਰਹੇ ਹਾਂ ਕਿ ਵੋਟ ਕਿੱਧਰ ਪਾਉਣੀ ਹੈਗੀ ਹੈ। ਮਾਨ ਸਾਹਿਬ ਅੱਜ ਅਤੇ ਬੰਦੀਆਂ ਦੇ ਹੱਕ ਸਭ ਤੋਂ ਪ੍ਰਮੁੱਖ ਹਨ ਕਿ ਬੰਦੀਆਂ ਨੂੰ ਛੱਡਿਆ ਜਾਵੇ, ਕਸ਼ਮੀਰੀ ਬੰਦੀਆਂ ਨੂੰ ਵੀ ਜਿਨ੍ਹਾਂ ਦੇ ਮੈਂ ਨਾਂ ਲਏ ਹੈ, ਅਤੇ ਜਿਹੜੇ ਸਾਡੇ ਸਿੱਖ ਬੰਦੀ ਹੈ ਉਹਨਾਂ ਨੂੰ ਵੀ ਛੱਡਿਆ ਜਾਵੇ। ਮਾਨ ਸਾਹਿਬ, ਜੇ ਸਾਰਿਆਂ ਨੂੰ ਛੱਡਣ ਦੇ ਮੰਨ ਲਓ ਤੁਹਾਨੂੰ ਉੱਧਰੋਂ ਭਰੋਸਾ ਮਿਲਦਾ ਹੈ ਤਾਂ ਫਿਰ ਕੀ ਤੁਸੀਂ ਰਾਸ਼ਟਰਪਤੀ ਲਈ ਉਹਨਾਂ ਨੂੰ ਵੋਟ ਪਾਓਗੇ ਦ੍ਰੋਪਦੀ ਮੁਰਮੂ ਨੂੰ? ਤੁਸੀਂ ਕਿਹਾ ਸ਼ਾਇਦ, ਮੈਂ ਕਹਿੰਦਾ ਸ਼ਾਇਦ। ਮਾਨ ਸਾਹਿਬ ਅੱਜ ਭਗਵੰਤ ਮਾਨ ਦਾ ਵਿਆਹ ਹੋ ਰਿਹਾ ਹੈ। ਮਾਨ ਸਾਹਿਬ ਅੱਜ ਭਗਵੰਤ ਮਾਨ ਦਾ ਵਿਆਹ ਹੋ ਰਿਹਾ, ਕੋਈ ਸੁਨੇਹਾ, ਕੋਈ ਹਾਂ, ਸਾਨੂੰ ਬਹੁਤ ਖੁਸ਼ੀ ਹੈ ਜੀ, ਭਗਵੰਤ ਜੀ ਦਾ ਵਿਆਹ ਹੋ ਰਿਹਾ। ਜਿਹੜੇ ਸਾਡੇ ਸਾਬਕਾ ਚੀਫ ਮਿਨਿਸਟਰ ਰਹੇ ਹੈ ਉਹ ਵਿਆਹ ਤੋਂ ਬਗੈਰ ਵੀ ਰਹਿੰਦੇ ਰਹੇ ਹੈ, ਅਤੇ ਇੱਕ ਚੀਫ ਮਿਨਿਸਟਰ ਸਾਹਿਬ ਨੂੰ ਇੰਨੀ ਖੂਬਸੂਰਤ MLA ਸੀਗੀ ਜਿਹਦੇ 'ਤੇ ਰੋਪੜ ਜਿਹੜਾ ਇਤਿਹਾਸਕ ਸ਼ਹਿਰ ਹੈ ਜਿੱਥੇ ਅੰਗਰੇਜ਼ਾਂ ਅਤੇ ਸਿੱਖਾਂ ਦੀ ਸੰਧੀ ਹੋਈ ਸੀਗੀ, ਰੋਪੜ ਦਾ ਨਾਂ ਤਬਦੀਲ ਕਰਕੇ ਉਹਦਾ ਨਾਂ ਰੂਪਨਗਰ ਰੱਖਤਾ। ਉਹ ਜਿਹਦੇ ਨਾਲ ਚੀਫ ਮਿਨਿਸਟਰ ਸਾਹਿਬ ਮੁਹੱਬਤ ਕਰਦੇ ਸੀਗੇ। ਹੁਣ ਜਦੋਂ ਵੀ ਤੁਸੀਂ ਰੋਪੜ ਜਾਓਗੇ, ਰੂਪਨਗਰ ਸੁਣੋਗੇ ਅਤੇ ਤੁਹਾਨੂੰ ਚੇਤਾ ਆ ਜੂ ਸਾਡੇ ਚੀਫ ਮਿਨਿਸਟਰ ਸਾਹਿਬ ਦਾ। ਦੂਜੇ ਚੀਫ ਮਿਨਿਸਟਰ ਸਾਹਿਬ ਉਹ ਵਿਆਹੇ ਹੋਏ, ਉਹ ਵੀ ਇੱਕ ਬੀਬੀ ਨਾਲ ਰਹਿੰਦੇ ਸੀਗੇ। ਸ਼ੁਕਰ ਹੈ ਕਿ ਸਾਡੇ ਮੌਜੂਦਾ CM ਸਾਹਿਬ ਗ੍ਰਸਤ ਦੇ ਵਿੱਚ ਪਲਾਂਗ ਪੁੱਟਣ ਲੱਗੇ ਹੈ ਅਤੇ ਇੱਧਰ ਉੱਧਰ ਹੁਣ ਨਹੀਂ ਦੇਖਣਗੇ, ਆਪਣੇ ਵਿਆਹ ਦੇ ਉੱਤੇ ਸਾਰੀ ਨਜ਼ਰ ਰੱਖਣਗੇ
ਤੇ ਜਿੰਨੇ ਵੀ ਸੰਤ ਮਹਾਤਮਾ ਹੈ, ਸਿੱਖਾਂ ਦੀ ਪਰੰਪਰਾ ਹੈ, ਸਾਨੂੰ ਹੁਕਮ ਹੈ ਅਸੀਂ ਗ੍ਰਸਥ ਦੇ ਵਿੱਚ ਰਹਿਣਾ ਹੈ। ਪਰ ਸਾਡੇ ਸੰਤ ਮਹਾਤਮਾ ਵੀ ਕਈ ਹੈਗੇ ਜਿਹੜੇ ਗ੍ਰਸਥ ਦੇ ਵਿੱਚ ਨਹੀਂ ਰਹਿੰਦੇ। ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਇੱਧਰ ਉੱਧਰ ਨਾ ਦੇਖੋ, ਤੁਸੀਂ ਵੀ ਗ੍ਰਸਥੀ ਜਿਵੇਂ ਚੀਫ ਮਿਨਿਸਟਰ ਸਾਹਿਬ ਫੇਰ ਬਣ ਰਹੇ ਹੈ ਉਸ ਤਰ੍ਹਾਂ ਬਣ ਜਾਓ। ਮਾਨ ਸਾਹਿਬ ਸਾਹਿਬ ਜੇਲ੍ਹ ਦੇ ਵਿੱਚ ਸਿੱਖ ਕੈਦੀ ਦੇ ਬਾਹਰ ਕੱਟੇ ਜਾਂਦੇ, ਪਰਿਵਾਰ ਨੇ ਤੁਹਾਡੇ ਤੱਕ ਪਹੁੰਚ ਕੀਤੀ ਸੀ, ਤੁਸੀਂ ਅੱਜ ਐਸਐਸਪੀ ਸਾਹਿਬ ਨੂੰ ਬੁਲਾਇਆ ਸੀ, ਕੀ ਇਸ ਮਾਮਲੇ ਦੇ ਉਹ ਐਕਸ਼ਨ ਲੈ ਰਹੀ ਹੈ ਜੀ ਕਿ ਇਹ ਜੇਲ੍ਹ ਸੁਪਰਡੈਂਟ ਨੇ ਤਫਤੀਸ਼ ਕੀਤੀ ਹੈ, ਹੁਣ ਪੁਲਿਸ ਵੀ ਕਰੂਗੀ ਤੇ ਜਿਹੜਾ ਦੋਸ਼ੀ ਹੋਊਗਾ ਉਸ ਨੂੰ ਸਜ਼ਾ ਮਿਲੂਗੀ। ਅੱਜ ਮੈਂ ਮੌੜ ਦੀ ਵੀ ਗੱਲ ਕੀਤੀ ਹੈ ਕਿ ਬਹੁਤ ਪੁਰਾਣਾ ਕੇਸ ਹੈ ਤੇ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਕਿ 3 ਬੰਦੇ ਨਾਮਜ਼ਦ ਹੋ ਗਏ ਹੈ, ਉਹਨਾਂ ਨੂੰ ਪੀਓ ਡਿਕਲੇਅਰ ਕੀਤਾ ਗਿਆ ਹੈ, ਉਹਨਾਂ ਦੀ ਤਲਾਸ਼ ਹੋ ਰਹੀ ਹੈ ਤੇ ਅਸੀਂ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਦੀ ਤਲਾਸ਼ ਹੋਰ ਡਬਲ ਕਰ ਦਿੰਦੇ ਹਾਂ ਤੇ ਮੌੜ ਦਾ ਕੇਸ ਵੀ ਅਸੀਂ ਚਲਾਨ ਕਰ ਦੇਣਾ ਹੈਗਾ। ਮੌੜ ਬੰਬ ਕਾਂਡ ਦੀ ਗੱਲ ਕਰ ਰਹੇ ਹਾਂ। ਹਾਂ ਹਾਂਜੀ, ਉਹ ਬਹੁਤ ਭਿਆਨਕ ਸੀਗਾ, ਬੱਚੇ ਗਰੀਬ ਮਾਰੇ ਗਏ ਸੀ। ਮਾਨ ਸਾਹਿਬ ਸਾਰੀਆਂ ਚੀਜ਼ਾਂ ਤੇ ਨਿਗਾਹ ਆਪਣੀ। ਹਾਂ ਮਾਨ ਸਾਹਿਬ ਕਈ ਪਿੰਡਾਂ ਦੇ ਪੰਜਾਬ ਦੇ ਕਈ ਪਿੰਡਾਂ ਵਿੱਚ ਜੀ ਜ਼ਿਮੀਂਦਾਰਾਂ ਵੱਲੋਂ ਗਰੀਬ ਵਰਗ ਦੇ ਖਿਲਾਫ ਮਤੇ ਪਾਏ ਜਾਂਦੇ, ਕਿਵੇਂ ਦੇਖਦੇ ਹੋ ਇਸ ਨੂੰ? ਮੈਂ ਤਾਂ ਨਹੀਂ ਦੇਖਿਆ ਕੋਈ ਮਤਾ ਗਰੀਬਾਂ ਦੇ ਖਿਲਾਫ ਪਾਇਆ ਗਿਆ। ਜੇ ਪਾਇਆ ਗਿਆ ਤੇ ਉਹ ਰੱਦ ਹੋਣਾ ਚਾਹੀਦਾ। ਕਿਉਂ ਹੋਣਾ ਚਾਹੀਦਾ ਗਰੀਬਾਂ ਦੇ ਖਿਲਾਫ ਜਦੋਂ ਉਹਨਾਂ ਦੇ ਕੋਲੇ ਰਹਿਣ ਨੂੰ ਤਾਂ ਜਗ੍ਹਾ ਹੈ ਨਹੀਂ ਗੀ। ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਜ਼ਿਮੀਂਦਾਰਾਂ ਦਾ ਫਰਜ਼ ਨਹੀਂ ਕਿ ਦੇਖਣਾ ਕਿ ਉਹਨਾਂ ਦੇ ਘਰ ਵੀ ਠੀਕ ਹੋਣ, ਸਾਰਾ ਕੁਝ ਹੋਣ ਤੇ ਉਹਨਾਂ ਦੀ ਨੂੰਹ ਤੇ ਮੁੰਡਾ ਵੀ ਨਾ ਵਿੱਚ ਪਵੇ ਤੇ ਜਵਾਈ ਤੇ ਧੀ ਵੀ ਨਾ ਪਏ ਤੇ ਡੰਗਰ ਬੱਚਾ ਵੀ ਨਾ ਇੱਕੇ ਕਮਰੇ 'ਚ ਪਏ। ਜਿਹੜੇ ਵੀ ਅਮੀਰ ਆਦਮੀ ਆ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਗੁਆਂਢੀ ਗਰੀਬ ਦਾ ਖਿਆਲ ਰੱਖਿਆ ਕਰਨ। ਇਹ ਸਾਡੀ ਸਿੱਖੀ ਦਾ ਹੈਗਾ ਤੇ ਇਹਨਾਂ ਨੂੰ ਸਿੱਖੀ ਦੇ ਵਿੱਚ ਰਹਿ ਕੇ ਉਹ ਗਰੀਬਾਂ ਦਾ ਫਾਇਦਾ ਕਰਨਾ ਚਾਹੀਦਾ ਹੈ। ਕਿਉਂ ਕਰਕੇ ਉਹ ਗਰੀਬ ਆਦਮੀ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਨਹੀਂ ਖੋ ਰਹੇ, ਉਹ ਸ਼ਾਮਲਾਟ ਜਾਂ ਜਿਹੜੀ ਸਰਪਲਸ ਹੈ ਉਹਦੇ ਉੱਤੇ ਨਿਗਾਹ ਰੱਖ ਰਹੇ ਹੈ ਤੇ ਜਦੋਂ ਬੋਲੀ ਹੁੰਦੀ ਹੈ ਉਦੋਂ ਵੀ ਸਾਡੇ ਜ਼ਿਮੀਂਦਾਰਾਂ ਨੂੰ ਡਮੀ ਬੋਲੀ ਨਹੀਂ ਦੇਣੀ ਚਾਹੀਦੀ ਕਿ ਇੱਕ ਰੰਗਰੇਟਾ ਸਿੱਖ ਆਪਣਾ ਖੜਾ ਕਰਕੇ ਉਹਦੇ ਤੋਂ ਬੋਲੀ ਦਵਾ ਕੇ ਤੇ ਉਹਦੇ ਤੇ ਖੇਤੀ ਆਪ ਖੁਦ ਕਰਨ। ਠੀਕ ਹੈ, ਇਹ ਸਾਡਾ ਸਿੱਖ ਦਾ ਅਸੂਲ ਹੈ ਕਿ ਉਹਨਾਂ ਨੂੰ ਤੰਗ ਨਹੀਂ ਹੋਣਾ ਚਾਹੀਦਾ। ਮੈਂ ਪਰਦਾ ਫਾਸ਼ ਕਰਤਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਨਹੀਂ ਸੀ ਪਤਾ ਕਿ ਉਹ ਕਿਵੇਂ ਰਹਿੰਦੇ ਹੈ ਤੇ ਇਹਦੀ ਤੁਸੀਂ ਤਫਤੀਸ਼ ਕਰੋ, ਆਰਟੀਕਲਸ ਲਿਖੋ, ਲੋਕਾਂ ਨੂੰ ਦੱਸੋ ਕਿ ਆਹ ਜੀਵਨ ਹੈ 75 ਸਾਲ ਜਦ ਤੁਸੀਂ ਕਹਿੰਦੇ ਹੋ ਸਾਨੂੰ ਆਜ਼ਾਦ ਕੀਤਾ ਗਿਆ, ਸਵਾਹ ਆਜ਼ਾਦੀ ਵੀ ਨਹੀਂ ਹੈ। ਮਾਨ ਸਾਹਿਬ ਬੱਸਾਂ 'ਚ ਪਿੰਡਾਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ, ਕਿਸ ਤਰ੍ਹਾਂ ਦੇਖਦੇ? ਉਹ ਤਾਂ ਜੀ ਸਾਰਿਆਂ ਦੀਆਂ ਲਾ ਦਿੰਦੇ ਆ ਹੈ ਨਾ। ਜਿਹੜੇ ਫੇਮਸ ਆਦਮੀ ਹੁੰਦੇ ਹੈ ਉਹਨਾਂ ਦੀਆਂ ਲੱਗਦੀਆਂ ਵੀ ਹੈ ਤੇ ਲੱਥਦੀਆਂ ਵੀ ਹੈ, ਦੋਨੋਂ ਪਾਸੇ ਹੁੰਦਾ। ਮਾਨ ਸਾਹਿਬ ਆਖਰੀ ਸਵਾਲ ਹੈ। ਭਗਤ ਸਿੰਘ ਦੀਆਂ ਵੀ ਲਾ ਦਿੰਦੇ ਹੈ। ਫਿਰ ਉਹ ਜਿਹੜਾ ਸੀਗਾ ਇਹ ਮਾਨ ਸਾਹਿਬ ਜਾਪਾਨ ਚਲਿਆ ਗਿਆ ਸੀਗਾ। ਮਾਨ ਸਾਹਿਬ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਰਹਿੰਦਾ ਹੈ, ਹਾਂ। ਜਿਹੜੇ ਕੋਈ ਚੰਗੇ ਲੋਕ ਚਾਹੇ ਬਾਦਲ ਦਲ ਦੇ ਵਿੱਚ ਆ ਚਾਹੇ ਢੀਂਡਸਾ ਸਾਹਿਬ ਨਾਲ, ਉਹਨਾਂ ਨੂੰ ਉੱਪਰ ਸੱਦਾ ਦਿੰਦੇ ਹੋ ਕਿ ਆ ਜਾਓ ਭਾਈ ਹੁਣ ਇੱਕ ਹਾਂ, ਅਸੀਂ ਇੱਕ ਕਮੇਟੀ ਬਣਾਈ ਹੈ ਖਾਸ ਜਿਹੜੀ ਸਕਰੀਨਿੰਗ ਕਰਕੇ ਉਹਨਾਂ ਨੂੰ ਅੰਦਰ ਲੈ ਲੂ। ਚਲੋ ਮਿਹਰਬਾਨੀ। ਥੈਂਕ ਯੂ। ਦੱਸਿਆ ਸੀ ਵੀ ਰਾਸ਼ਟਰਪਤੀ ਦੀ ਤੁਸੀਂ ਮੀਟਿੰਗ ਕਰੋਗੇ, ਕਿਹਨੂੰ ਵੋਟ ਪਾਣੀ ਹੈ, ਚੋਣ ਕਰਨੀ, ਇਹ ਕਦੋਂ ਤੱਕ ਹੋ ਜਾਊਗਾ ਜੀ? ਇਹ ਬਸ ਹੋ ਹੀ ਜਾਂਦਾ, ਰੋਜ਼ ਪੁੱਛੀ ਜਾਂਦਾ ਮੈਂ ਕੀ ਖਿਆਲ ਹੈ ਤੁਹਾਡਾ, ਕੀ ਖਿਆਲ ਹੈ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ ਨਾ, ਸਵੀਤਾ ਦੱਸਦੇ ਯਾਰ।